ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਵਾਰ ਫਿਰ ਤੋਂ ਅਸੀਂ ਇੱਕ ਦੂਜੇ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਰੂਬਰੂ ਹੋਏ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਰਾਜੀ ਖੁਸ਼ੀ ਨਾਲ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਬਾਈਬਲ ਬਾਣੀ ਦੱਸਦੀ ਹੈ ਕਿ ਧੰਨ ਹੈ ਉਹ ਮਨੁੱਖ ਜੋ ਪਰਮੇਸ਼ਰ ਦੀ ਵਿਵਸਥਾ ਦੇ ਵਿੱਚ ਮਗਨ ਰਹਿੰਦਾ ਅਤੇ ਦਿਨ ਰਾਤ ਉਸ ਦੀ ਵਿਵਸਥਾ ਦੇ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ ਜਿਸ ਦੀਆਂ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਸ ਦੇ ਪੱਤੇ ਕਦੇ ਵੀ ਕੁਮਲਾਉਂਦੇ ਨਹੀਂ ਅਤੇ ਜੋ ਕੁਝ ਉਹ ਕਰੇ ਉਹ ਸਫਲ ਹੁੰਦਾ ਹੈ। ਦੋਸਤੋ, ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇਸ ਨੂੰ ਵੇਖਣ ਦੇ ਲਈ ਸ਼ਾਮਿਲ ਹੁੰਦੇ ਹੋ। ਵਿਸ਼ਵਾਸ ਕਰੋ ਕਿ ਪਰਮੇਸ਼ਰ ਉਹਦੇ ਵਚਨ ਦੇ ਪ੍ਰਤੀ ਤੁਹਾਡੀ ਇਸ ਭੁੱਖ ਅਤੇ ਪਿਆਸ ਨੂੰ ਜ਼ਰੂਰ ਤ੍ਰਿਪਤ ਕਰੇਗਾ ਅਤੇ ਤੁਸੀਂ ਆਸ਼ੀਸ਼ ਪਾਓਗੇ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਯੂਸਫ ਦੀ ਮਨੋਦਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ। ਅਸੀਂ ਵੇਖਿਆ ਕਿ ਜਦੋਂ ਯੂਸਫ ਨੂੰ ਇਹ ਪਤਾ ਲੱਗਾ ਕਿ ਉਹਦੀ ਮੰਗੇਤਰ ਮਰੀਅਮ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੈ, ਤਾਂ ਉਹਦੇ ਮਨ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਪੈਦਾ ਹੋ ਰਹੇ ਸੀ। ਅਸੀਂ ਉਸ ਦੀ ਦੁਵਿਧਾ ਨੂੰ ਵੇਖਿਆ। ਅਸੀਂ ਪਰਮੇਸ਼ਰ ਦੀ ਵਿਵਸਥਾ ਦੇ ਪ੍ਰਤੀ ਉਸ ਦੀ ਦੁਵਿਧਾ ਨੂੰ ਵੇਖਿਆ ਅਤੇ ਅਸੀਂ ਇਹ ਵੀ ਵੇਖਿਆ ਕਿ ਉਹ ਸੱਚਮੁੱਚ ਇੱਕ ਧਰਮੀ ਮਨੁੱਖ ਸੀ ਜੋ ਮਰੀਅਮ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਸੀ, ਪਰ ਚੁੱਪਚਾਪ ਤਿਆਗ ਦੇਣਾ ਚਾਹੁੰਦਾ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਅੱਜ ਵੀ ਆਪਣੇ ਅਧਿਐਨ ਦੇ ਵਿੱਚ ਜਾਰੀ ਰੱਖਾਂਗੇ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਅੱਜ ਅਸੀਂ ਜਾਣਾਂਗੇ ਕਿ ਜਦੋਂ ਸਵਰਗਦੂਤ ਨੇ ਯੂਸਫ ਦੇ ਉੱਤੇ ਇਹ ਗੱਲ ਜ਼ਾਹਿਰ ਕੀਤੀ ਕਿ ਮਰੀਅਮ ਪੂਰੀ ਤਰ੍ਹਾਂ ਪਵਿੱਤਰ ਹੈ ਅਤੇ ਉਹ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਹੈ, ਕਿਉਂਕਿ ਇਹ ਪਰਮੇਸ਼ਰ ਦੀ ਯੋਜਨਾ ਨੂੰ ਪੂਰਾ ਕਰਨ ਦੇ ਲਈ ਚੁਣੀ ਗਈ ਹੈ ਕਿ ਉਹ ਇੱਕ ਪੁੱਤਰ ਨੂੰ ਜਨਮ ਦੇਵੇ ਜੋ ਕਿ ਇਸ ਸੰਸਾਰ ਦੇ ਲੋਕਾਂ ਦੇ ਪਾਪਾਂ ਤੋਂ ਉਹਨਾਂ ਨੂੰ ਮੁਕਤੀ ਦੇਣ ਦੇ ਲਈ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਣ ਵਾਲਾ ਹੈ। ਤਾਂ ਯੂਸਫ ਨੇ ਮਰੀਅਮ ਦੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ? ਤਾਂ ਫਿਰ ਦੋਸਤੋ, ਕੀ ਤੁਸੀਂ ਤਿਆਰ ਹੋ ਅੱਜ ਦੇ ਅਧਿਐਨ ਦੇ ਲਈ? ਤਾਂ ਫਿਰ ਆਓ ਬਿਨਾਂ ਸਮਾਂ ਗਵਾਏ ਆਪਣੇ ਅਧਿਐਨ ਨੂੰ ਸ਼ੁਰੂ ਕਰਦੇ ਹਾਂ। ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਆਓ ਇਸ ਭਜਨ ਨੂੰ ਸੁਣਦੇ ਹਾਂ।
ਵੱਲ ਪਹਾੜਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਤੇਰਾ ਰਾਖਾ ਨਾ ਕਦੀ ਉਂਗਲਾਵੇ, ਤੇਰਾ ਰਾਖਾ ਨਾ ਕਦੀ ਉਂਗਲਾਵੇ, ਤੇਰੇ ਰੱਬ ਨੂੰ ਨਿੰਦਰ ਵੀ ਨਾ ਆਵੇ, ਇਸਰਾਈਲ ਦੀਆਂ ਰੱਖਦਾ। ਨੰਬਰ 3, ਸੁਪਨਾ। ਪਰ ਅਖੀਰ ਇਸ ਦੁਬੁੱਧਾ ਵਿੱਚ ਯੂਸਫ ਨੂੰ ਇੱਕ ਸੁਪਨਾ ਆਇਆ। ਬਾਈਬਲ ਮਤੀ 1:20-23 ਵਚਨਾਂ ਵਿੱਚ ਕਹਿੰਦੀ ਹੈ ਕਿ ਯੂਸਫ ਨੇ ਇੱਕ ਸੁਪਨਾ ਵੇਖਿਆ। ਭਾਗ ਊੜਾ ਵਿਆਖਿਆ। ਸਭ ਤੋਂ ਪਹਿਲਾਂ ਐਤ 20 ਦੀ ਵਿਆਖਿਆ ਤੇ ਗੌਰ ਕਰੋ। ਪਰ ਜਾਂ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ, ਹੇ ਯੂਸਫ ਦਾਊਦ ਦੇ ਪੁੱਤਰ, ਤੂੰ ਆਪਣੀ ਪਤਨੀ ਮਰੀਅਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ, ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ। ਜਦੋਂ ਯੂਸਫ ਸੋਚ ਰਿਹਾ ਸੀ ਕਿ ਕੀ ਕਰਨਾ ਚਾਹੀਦਾ ਹੈ ਅਤੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਪਿਛਲੇ ਕੁਝ ਦਿਨਾਂ ਵਿੱਚ ਵਰਤੀਆਂ ਸਨ, ਤਾਂ ਉਹ ਸੋ ਗਿਆ ਅਤੇ ਸੁੱਤੇ ਪਏ ਉਸ ਨੂੰ ਇੱਕ ਸੁਪਨਾ ਆਉਣਾ ਸ਼ੁਰੂ ਹੋ ਗਿਆ। ਬਲਕਿ ਮੈਂ ਸੋਚਦਾ ਹਾਂ ਕਿ ਉਹ ਸੌਣ ਤੋਂ ਪਹਿਲਾਂ ਇਹਨਾਂ ਗੱਲਾਂ ਬਾਰੇ ਸੋਚ ਰਿਹਾ ਸੀ, ਇਸ ਲਈ ਇਹ ਸੁਭਾਵਿਕ ਸੀ ਕਿ ਉਸ ਨੇ ਉਹਨਾਂ ਗੱਲਾਂ ਬਾਰੇ ਹੀ ਸੁਪਨਾ ਵੇਖਣਾ ਸੀ। ਤੁਹਾਡੇ ਵਿੱਚੋਂ ਕਿੰਨੇ ਜਣੇ ਇਹ ਗੱਲ ਜਾਣਦੇ ਹਨ ਕਿ ਆਮ ਤੌਰ ਤੇ ਅਸੀਂ ਸੌਣ ਤੋਂ ਪਹਿਲਾਂ ਜਿਨ੍ਹਾਂ ਗੱਲਾਂ ਬਾਰੇ ਸੋਚ ਰਹੇ ਹੁੰਦੇ ਹਾਂ, ਅਸੀਂ ਉਹਨਾਂ ਗੱਲਾਂ ਬਾਰੇ ਹੀ ਸੁਪਨਾ ਵੇਖਦੇ ਹਾਂ। ਪਰ ਇਹ ਸੁਪਨਾ ਬਹੁਤ ਹੀ ਨਿਰਾਲਾ ਸੀ, ਕਿਉਂਕਿ ਇਹ ਸੁਪਨਾ ਉਹਨਾਂ ਗੱਲਾਂ ਤੋਂ ਕਿਤੇ ਵੱਧ ਕੇ ਸੀ ਜੋ ਉਸ ਨੇ ਸੌਣ ਤੋਂ ਪਹਿਲਾਂ ਸੋਚੀਆਂ ਸਨ। ਇਸ ਸੁਪਨੇ ਵਿੱਚ ਦੂਤ ਉਸ ਕੋਲ ਆਇਆ ਅਤੇ ਇਸ ਵਚਨ ਵਿੱਚ ਸੁਪਨੇ ਲਈ ਜੋ ਸ਼ਬਦ ਹੈ ਉਸ ਦਾ ਅਰਥ ਹੈ ਸੁੱਤੇ ਪਏ ਸੁਪਨਾ ਵੇਖਣਾ, ਨਾ ਕਿ ਜਾਗਦੇ ਹੋਏ ਦਰਸ਼ਨ ਵੇਖਣਾ। ਅਤੇ ਦੂਤ ਨੇ ਯੂਸਫ ਨੂੰ ਇਸ ਤਰ੍ਹਾਂ ਸੰਬੋਧਿਤ ਕੀਤਾ, ਹੇ ਯੂਸਫ ਦਾਊਦ ਦੇ ਪੁੱਤਰ। ਅਤੇ ਇਹ ਭਾਗਸ਼ਾਲੀ ਸੀ ਕਿ ਇਹ ਹੋਣਾ ਚਾਹੀਦਾ ਹੈ, ਕਿਉਂਕਿ ਤੁਹਾਨੂੰ ਯਾਦ ਹੈ ਕਿ ਯਿਸੂ ਨੇ ਦਾਊਦ ਦੇ ਘਰਾਣੇ ਵਿੱਚੋਂ ਜਨਮ ਲੈਣਾ ਸੀ ਅਤੇ ਉਸ ਨੂੰ ਦਾਊਦ ਦਾ ਵੰਸ਼ ਉਸ ਦੇ ਦੁਨਿਆਵੀ ਪਿਤਾ ਯੂਸਫ ਤੋਂ ਮਿਲਣਾ ਸੀ। ਅਤੇ ਇਸ ਲਈ ਦੂਤ ਨੇ ਯੂਸਫ ਨੂੰ ਦਾਊਦ ਦਾ ਪੁੱਤਰ ਕਹਿ ਕੇ ਸੰਬੋਧਿਤ ਕੀਤਾ। ਅਤੇ ਦੂਤ ਨੇ ਯੂਸਫ ਨੂੰ ਸਮਝਾਇਆ ਕਿ ਉਸ ਨੂੰ ਉਸ ਦੀ ਮੰਗੇਤਰ ਮਰੀਅਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਝਿਜਕਣਾ। ਦੂਤ ਨੇ ਕਿਹਾ ਕਿ ਉਸ ਨੂੰ ਮਰੀਅਮ ਨੂੰ ਆਪਣੇ ਘਰ ਲਿਆਉਣਾ ਚਾਹੀਦਾ ਹੈ, ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ। ਹੁਣ ਯੂਸਫ ਨੂੰ ਬਿਨਾਂ ਸ਼ੱਕ ਇਸ ਗੱਲ ਦਾ ਯਕੀਨ ਹੋ ਗਿਆ, ਇਹ ਹਾਲਾਤ ਪ੍ਰਭੂ ਦੀ ਮਰਜ਼ੀ ਅਨੁਸਾਰ ਪੈਦਾ ਹੋਏ ਹਨ, ਕਿਉਂਕਿ ਪਰਮੇਸ਼ਰ ਨੇ ਮਰੀਅਮ ਨੂੰ ਇਹ ਗੱਲ ਇੱਕ ਖਾਸ ਪ੍ਰਕਾਸ਼ ਰਾਹੀਂ ਕਹੀ ਸੀ ਅਤੇ ਹੁਣ ਪਰਮੇਸ਼ਰ ਨੇ ਇਹੋ ਹੀ ਪ੍ਰਕਾਸ਼ ਯੂਸਫ ਨੂੰ ਸਮਝਾਉਣ ਲਈ ਉਸ ਤੇ ਖਾਸ ਕਿਰਪਾ ਕੀਤੀ ਸੀ। ਭਾਗ ਐੜਾ ਨਿਰਦੇਸ਼। ਅਤੇ ਫਿਰ ਐਤ 21 ਵਿੱਚ ਕੁਝ ਨਿਰਦੇਸ਼ ਦਿੱਤੇ ਗਏ, ਅਤੇ ਉਹ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਮ ਯਿਸੂ ਰੱਖੀ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਹੁਣ ਯੂਸਫ ਖਾਸ ਤੌਰ ਤੇ ਦੱਸਿਆ ਗਿਆ ਕਿ ਉਸ ਨੇ ਇਸ ਬੱਚੇ ਦਾ ਨਾਮ ਕੀ ਰੱਖਣਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਅਧਿਆਇ ਵਿੱਚ ਸਾਡੇ ਪ੍ਰਭੂ ਨੂੰ 6 ਨਾਮ ਦਿੱਤੇ ਗਏ ਹਨ। 1 ਅਤੇ 18 ਐਤ ਵਿੱਚ ਯਿਸੂ ਮਸੀਹ, ਐਤ 1 ਵਿੱਚ ਦਾਊਦ ਦਾ ਪੁੱਤਰ, ਐਤ 1 ਵਿੱਚ ਅਬਰਾਹਾਮ ਦਾ ਪੁੱਤਰ, ਐਤ 16 ਵਿੱਚ ਫਿਰ ਮਸੀਹ ਦਾ ਜ਼ਿਕਰ ਕੀਤਾ ਗਿਆ। ਯੂਸਫ ਦਾ ਜ਼ਿਕਰ 16, 21 ਅਤੇ 25 ਐਤ ਵਿੱਚ ਕੀਤਾ ਗਿਆ ਹੈ। ਐਤ 23 ਵਿੱਚ ਇਮਾਨੀਅਲ ਦਾ ਜ਼ਿਕਰ ਕੀਤਾ ਗਿਆ ਹੈ। ਯੂਸਫ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਸ ਨੇ ਬੱਚੇ ਦਾ ਨਾਮ ਯਿਸੂ ਰੱਖਣਾ ਹੈ ਅਤੇ ਉਸ ਦਾ ਨਾਮ ਯਿਸੂ ਹੈ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਭਾਗ ਈੜੀ ਪ੍ਰਕਾਸ਼। ਅਤੇ ਫਿਰ ਮਤੀ ਸਾਨੂੰ 22 ਤੇ 23
ਐਤਾਂ ਵਿੱਚ ਪ੍ਰਕਾਸ਼ ਬਾਰੇ ਦੱਸਦਾ ਹੈ। ਮਤੀ ਦੱਸਦਾ ਹੈ ਕਿ ਇਹ ਘਟਨਾ ਕੋਈ ਅਚਾਨਕ ਬਰਪਣ ਵਾਲੀ ਨਹੀਂ ਸੀ, ਪਰ ਇਹ ਪਰਮੇਸ਼ਰ ਦੇ ਆਖਰੀ ਮਕਸਦ ਦਾ ਇੱਕ ਹਿੱਸਾ ਸੀ ਜੋ ਵਾਪਸ ਸਮੇਂ ਦੀ ਸ਼ੁਰੂਆਤ ਵਿੱਚ ਗਈ। ਮਤੀ 1 ਦੇ 22 ਤੇ 23 ਵਚਨਾਂ ਤੇ ਧਿਆਨ ਦੇਵੋ। ਇਹ ਸਭ ਕੁਝ ਇਸ ਲਈ ਹੋਇਆ। ਇਹ ਸਭ ਕੁਝ ਕੀ ਸੀ? ਇਹ ਸਭ ਕੁਝ ਉਹ ਸਾਰੀਆਂ ਘਟਨਾਵਾਂ ਹਨ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕਰਦੇ ਆ ਰਹੇ ਹਾਂ। ਭਾਈ, ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਜਵਾਨੀ ਆਖੀ ਸੀ ਉਹ ਪੂਰੀ ਹੋਵੇ ਕਿ ਵੇਖੋ, ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇਮਾਨੁਅਲ ਰੱਖਣਗੇ, ਜਿਹਦਾ ਅਰਥ ਇਹ ਹੈ ਪਰਮੇਸ਼ਵਰ ਸਾਡੇ ਨਾਲ। ਤੁਹਾਡੇ ਵਿੱਚੋਂ ਕਿੰਨੇ ਜਣੇ ਇਸ ਗੱਲ ਨੂੰ ਜਾਣਦੇ ਹਨ ਕਿ ਪਰਮੇਸ਼ਰ ਹਮੇਸ਼ਾ ਆਪਣੇ ਵਚਨ ਨੂੰ ਪੂਰਾ ਕਰਦਾ ਹੈ? ਇਹ ਉਹ ਪਰਮੇਸ਼ਰ ਹੈ ਜਿਹੜਾ ਕਦੇ ਵੀ ਅਸਫਲ ਨਹੀਂ ਹੁੰਦਾ। ਜੇ ਪਰਮੇਸ਼ਰ ਨੇ ਕੁਝ ਕਿਹਾ ਹੋਵੇਗਾ ਅਤੇ ਉਹ ਨਹੀਂ ਹੁੰਦਾ ਤਾਂ ਪਰਮੇਸ਼ਰ ਨਹੀਂ ਹੈ। ਉਹ ਇਸ ਲਈ ਪਰਮੇਸ਼ਰ ਹੈ ਕਿਉਂਕਿ ਉਹ ਸੰਪੂਰਨ ਹੈ, ਉਸ ਦਾ ਵਚਨ ਸੰਪੂਰਨ ਹੈ, ਉਸ ਦੇ ਵਾਅਦੇ ਯਕੀਨਨ ਪੂਰੇ ਹੁੰਦੇ ਹਨ ਔਰ ਉਹਨਾਂ ਤੇ ਵਿਸ਼ਵਾਸ ਕੀਤਾ ਜਾਂਦਾ ਹੈ। ਉਹ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਕਦੇ ਵੀ ਨਾਕਾਮਯਾਬ ਨਹੀਂ ਹੋਇਆ। ਜਦੋਂ ਪਰਮੇਸ਼ਰ ਕਹਿੰਦਾ ਹੈ ਕਿ ਇਹ ਹੋਵੇਗਾ ਤੇ ਇਹ ਜ਼ਰੂਰ ਹੋਵੇਗਾ। ਉਸ ਦੇ ਪਹਿਲੀ ਵਾਰ ਇਸ ਧਰਤੀ ਤੇ ਆਉਣ ਬਾਰੇ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ ਅਤੇ ਉਹ ਸਾਰੀਆਂ ਭਵਿੱਖਬਾਣੀਆਂ ਜੋ ਹਾਲੇ ਪੂਰੀਆਂ ਹੋਣ ਵਾਲੀਆਂ ਹਨ, ਪਹਿਲੀਆਂ ਭਵਿੱਖਬਾਣੀਆਂ ਦੀ ਤਰ੍ਹਾਂ ਜ਼ਰੂਰ ਪੂਰੀਆਂ ਹੋਣਗੀਆਂ। ਅਤੇ ਇਸ ਪਲ ਬਾਰੇ ਕਈ 100 ਸਾਲ ਪਹਿਲਾਂ ਸਰਬਸ਼ਕਤੀਮਾਨ ਪਰਮੇਸ਼ਰ ਨੇ ਆਪਣੇ ਨਬੀ ਯਸ਼ਾਇਆ ਰਾਹੀਂ ਭਵਿੱਖਬਾਣੀ ਕਰਕੇ ਦੱਸ ਦਿੱਤਾ ਸੀ ਕਿ ਇਹ ਗੱਲਾਂ ਹੋਣਗੀਆਂ ਜਿਨ੍ਹਾਂ ਬਾਰੇ ਅੱਜ ਅਸੀਂ ਗੱਲ ਕਰ ਰਹੇ ਹਾਂ। ਮੇਰੇ ਨਾਲ ਇੱਕ ਪਲ ਲਈ ਸੋਚੋ ਕਿ ਸੱਚਮੁੱਚ ਇਹ ਭਵਿੱਖਬਾਣੀ ਕਿੰਨੀ ਅਦਭੁਤ ਹੈ, ਕਿਉਂਕਿ ਯਸ਼ਾਇਆ ਨਬੀ ਨੇ ਕਿਹਾ ਕਿ ਕੁਆਰੀ ਗਰਭਵਤੀ ਹੋਵੇਗੀ। ਕਿਰਪਾ ਕਰਕੇ ਧਿਆਨ ਦਿਓ ਕਿ ਇਹ ਬਹੁਤ ਹੀ ਖਾਸ ਹੈ, ਕਿਉਂਕਿ ਇਹ ਇੱਕ ਕੁਆਰੀ ਨਹੀਂ ਹੈ, ਇਹ ਕੁਆਰੀਆਂ ਵਿੱਚੋਂ ਇੱਕ ਹੈ, ਪਰ ਕੁਆਰੀ ਗਰਭਵਤੀ ਹੋਵੇਗੀ। ਪੁਰਾਣੇ ਨੇਮ ਵਿੱਚ ਇਹ ਆਹਮਾ ਹੈ। ਇਹ ਸ਼ਬਦ ਤੋਂ ਪਹਿਲਾਂ ਇੱਕ ਬਹੁਤ ਹੀ ਖਾਸ ਸ਼ਬਦ ਹੈ। ਜਦੋਂ ਮੱਤੀ ਅਧਿਆਇ 1 ਵਿੱਚ ਇਸ ਦਾ ਅਨੁਵਾਦ ਕੀਤਾ ਗਿਆ ਹੈ, ਇਹ ਉਹੀ ਸ਼ਬਦ ਹੈ। ਸ਼ਬਦ ਪਹਿਲਾਂ ਇੱਕ ਖਾਸ ਸ਼ਬਦ, ਇੱਕ ਕੁਆਰੀ ਨਹੀਂ, ਪਰ ਕੁਆਰੀ ਇੱਕ ਖਾਸ ਜਣੀ ਪਛਾਣੀ ਕੁਆਰੀ ਗਰਭਵਤੀ ਹੋਵੇਗੀ। ਯਸ਼ਾਇਆ ਕੁਆਰੀ ਮਰੀਅਮ ਬਾਰੇ ਗੱਲ ਕਰ ਰਿਹਾ ਹੈ ਅਤੇ ਮਤੀ ਉਸ ਘਟਨਾ ਨੂੰ ਲੈ ਕੇ ਯਸ਼ਾਇਆ ਦੀ ਭਵਿੱਖਬਾਣੀ ਨਾਲ ਜੋੜਦਾ ਹੈ ਅਤੇ ਕਹਿੰਦਾ ਹੈ ਇਹ ਸਭ ਕੁਝ ਇਸ ਲਈ ਹੋਇਆ ਭਾਈ ਜਿਹੜੀ ਗੱਲ ਪ੍ਰਭੂ ਨੇ ਨਬੀ ਦੀ ਜਵਾਨੀ ਆਖੀ ਸੀ ਉਹ ਪੂਰੀ ਹੋਵੇ। ਇਸ ਲਈ ਬੈਤਲਹਮ ਵਿੱਚ ਜੋ ਹੋ ਰਿਹਾ ਸੀ, ਯਸ਼ਾਇਆ ਦੀ ਭਵਿੱਖਬਾਣੀ ਰਾਹੀਂ ਕਈ ਸਾਲ ਪਹਿਲਾਂ ਹੀ ਵੇਖਿਆ ਜਾ ਚੁੱਕਾ ਸੀ। ਹੁਣ ਇਹ ਸਭ ਪੂਰਾ ਹੋ ਰਿਹਾ ਸੀ। ਇਹ ਗੱਲ ਇੱਥੇ ਬਹੁਤ ਹੀ ਸੰਖੇਪ ਸ਼ਬਦਾਂ ਵਿੱਚ ਸਾਫ਼-ਸਾਫ਼ ਬਿਆਨ ਕੀਤੀ। ਕੀ ਮੈਂ ਇੱਥੇ ਤੁਹਾਨੂੰ ਇਹ ਦੱਸਣ ਲਈ ਇੱਕ ਪਲ ਲਈ ਰੁਕ ਸਕਦਾ ਹਾਂ ਕਿ ਇਹ ਖਾਸ ਸੱਚਾਈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ, ਉਸ ਦੇ ਸੁਸਮਾਚਾਰ ਵਿਸ਼ਵਾਸ ਦੀਆਂ ਸੱਚਾਈਆਂ ਵਿੱਚੋਂ ਇਸ ਸੱਚਾਈ ਤੇ ਸਭ ਤੋਂ ਵੱਧ ਹਮਲਾ ਕੀਤਾ ਗਿਆ ਹੈ। ਕਿਉਂਕਿ ਤੁਸੀਂ ਵੇਖੋ, ਇਹ ਪਰਮੇਸ਼ਰ ਦੀ ਚਮਤਕਾਰੀ ਸਾਮਰਥਾ ਦੀ ਮਨੁੱਖ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਨ ਦੀ ਕਹਾਣੀ ਹੈ। ਇਹ ਪਰਮੇਸ਼ਰ ਦਾ ਕੰਮ ਹੈ ਜੋ ਪਹਿਲਾਂ ਕਦੀ ਨਹੀਂ ਹੋਇਆ, ਇਹ ਸਾਬਤ ਕਰਨ ਲਈ ਕਿ ਇਹ ਇੱਕ ਖਾਸ ਪਲ ਹੈ ਜਿਸ ਵੱਲ ਸਾਰੇ ਮਨੁੱਖਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਜੇ ਕੁਆਰੀ ਦੁਆਰਾ ਜਨਮ ਲੈਣ ਦੀ ਗੱਲ ਸੱਚੀ ਹੈ ਤਾਂ ਪਰਮੇਸ਼ਰ ਦੇ ਵਚਨ ਬਾਰੇ ਹੋਰ ਕਿਸੇ ਵੀ ਗੱਲ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਪਰ ਜੇ ਤੁਸੀਂ ਇਸ ਸੱਚਾਈ ਨੂੰ ਪਰਮੇਸ਼ਰ ਦੇ ਵਚਨ ਵਿੱਚੋਂ ਬਾਹਰ ਕੱਢ ਦਿਓ ਤਾਂ ਬਾਕੀ ਕੀ ਬਚੇਗਾ? ਮਸੀਹ ਦਾ ਕੁਆਰੀ ਦੁਆਰਾ ਜਨਮ ਲੈਣਾ ਉਹ ਸੱਚਾਈ ਜਿਸ ਨੂੰ ਅਸੀਂ ਆਪਣਾ ਭਰੋਸਾ ਦਿੰਦੇ ਹਾਂ। ਸਾਡੇ ਸਿਧਾਂਤਕ ਕਥਨ ਵਿੱਚ ਅਸੀਂ ਇਸ ਨੂੰ ਇੱਕ ਇਤਿਹਾਸਕ ਸੱਚਾਈ ਮੰਨਦੇ ਹਾਂ ਕਿ ਪਰਮੇਸ਼ਰ ਨੇ ਇਤਿਹਾਸ ਵਿੱਚ ਦਖਲ ਦਿੱਤਾ ਅਤੇ ਪਵਿੱਤਰ ਆਤਮਾ ਤੋਂ ਮਰੀਅਮ ਦੀ ਕੁੱਖ ਵਿੱਚੋਂ ਇੱਕ ਬਾਲਕ ਨੇ ਜਨਮ ਲਿਆ ਅਤੇ ਉਹ ਬਾਲਕ ਪਰਮੇਸ਼ਰ ਦਾ ਪੁੱਤਰ ਯੀਸ਼ੂ ਮਸੀਹ ਜਗਤ ਦਾ ਮੁਕਤੀਦਾਤਾ ਸੀ। ਨੰਬਰ 4, ਫੈਸਲਾ। ਜਦੋਂ ਯੂਸਫ ਨੇ ਸੁਪਨੇ ਵਿੱਚ ਦੂਤ ਨੇ ਇਹ ਸੰਦੇਸ਼ ਦਿੱਤਾ, ਸਾਨੂੰ 24 ਤੇ 25 ਐਤਾਂ ਵਿੱਚ ਦੱਸਿਆ ਗਿਆ ਹੈ ਕਿ ਉਸ ਨੇ ਫੈਸਲਾ ਕਰ ਲਿਆ। ਤਦੋਂ ਯੂਸਫ ਨੇ ਸੁੱਤਿਆਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹਨੂੰ ਆਗਿਆ ਦਿੱਤੀ ਸੀ ਤਿਵੇਂ ਹੀ ਕੀਤਾ ਔਰ ਆਪਣੀ ਪਤਨੀ ਨੂੰ ਆਪਣੇ ਘਰ ਲਿਆਇਆ ਅਤੇ ਉਹਨੂੰ ਨਾ ਜਾਣਿਆ ਜਿੰਨਾ ਚਿਰ ਉਹ ਪੁੱਤਰ ਨਾ ਜਣੀ ਅਤੇ ਉਹਦਾ ਨਾਮ ਯਸੂ ਰੱਖਿਆ।
ਜਦੋਂ ਦੂਤ ਚਲਾ ਗਿਆ ਤਾਂ ਯੂਸਫ ਉੱਠਿਆ ਅਤੇ ਬਿਨਾਂ ਝਿਜਕੇ ਮਰੀਅਮ ਨੂੰ ਲੋਕਾਂ ਸਾਹਮਣੇ ਆਪਣੇ ਘਰ ਲਿਆਇਆ। ਬਿਨਾਂ ਸ਼ੱਕ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਸਨ। ਆਮ ਪ੍ਰਕਿਰਿਆ ਤੋਂ ਕੁਝ ਵੀ ਖੁੱਸਿਆ ਨਹੀਂ ਸੀ ਅਤੇ ਇਹੋ ਹੀ ਆਗਿਆਕਾਰੀ ਜੋ ਮਰੀਅਮ ਦੀ ਜ਼ਿੰਦਗੀ ਵਿੱਚ ਸਪਸ਼ਟ ਸੀ, ਹੁਣ ਯੂਸਫ ਦੀ ਜ਼ਿੰਦਗੀ ਵਿੱਚ ਵੀ ਸਪਸ਼ਟ ਹੈ। ਕੀ ਤੁਹਾਨੂੰ ਯਾਦ ਹੈ ਕਿ ਮਰੀਅਮ ਨੇ ਕੀ ਕਿਹਾ ਜਦੋਂ ਦੂਤ ਨੇ ਉਸ ਨਾਲ ਗੱਲ ਕੀਤੀ? ਉਸ ਨੇ ਕਿਹਾ, ਮੇਰੇ ਨਾਲ ਪ੍ਰਭੂ ਦੇ ਆਖੇ ਅਨੁਸਾਰ ਹੋਵੇ। ਲੂਕਾ 1:38 ਵਚਨ। ਜੋ ਤੂੰ ਚਾਹੁੰਦਾ ਹੈ ਮੈਂ ਉਹੀ ਕਰਾਂਗੀ। ਅਤੇ ਹੁਣ ਯੂਸਫ ਨੂੰ ਵੀ ਇਹੋ ਹੀ ਸੰਦੇਸ਼ ਮਿਲਿਆ ਅਤੇ ਉਹ ਨੀਂਦ ਤੋਂ ਜਾਗਿਆ ਅਤੇ ਬਿਲਕੁਲ ਉਹੀ ਕੀਤਾ ਜੋ ਪਰਮੇਸ਼ਰ ਨੇ ਉਸ ਨੂੰ ਕਰਨ ਲਈ ਆਖਿਆ ਸੀ। ਐਤ 25 ਤੇ ਇੱਕ ਵਾਰ ਫਿਰ ਨਜ਼ਰ ਮਾਰੋ। ਇਹ ਕਹਿੰਦੀ ਹੈ, ਅਤੇ ਉਹ ਉਹਨੂੰ ਨਾ ਜਾਣਿਆ ਜਿੰਨਾ ਚਿਰ ਉਹ ਪੁੱਤਰ ਨੂੰ ਨਾ ਚਣੀ, ਅਤੇ ਉਹਦਾ ਨਾਮ ਯਿਸੂ ਰੱਖਿਆ। ਤੁਸੀਂ ਕਹੋਗੇ, ਪਾਸਟਰ ਜਰਮੀਆ, ਇਸ ਦਾ ਕੀ ਮਤਲਬ ਹੈ? ਉਹ ਉਸ ਨਾਲ ਕਿਵੇਂ ਵਿਆਹ ਕਰ ਸਕਦਾ ਸੀ ਜਿਸ ਨੂੰ ਉਹ ਜਾਣਦਾ ਨਹੀਂ ਸੀ? ਖੈਰ, ਇਸ ਦਾ ਮਤਲਬ ਇਹ ਨਹੀਂ ਹੈ ਉਹ ਮਰੀਅਮ ਨੂੰ ਨਹੀਂ ਜਾਣਦਾ ਸੀ। ਇੱਥੇ ਜਾਣਿਆ ਸ਼ਬਦ ਦਾ ਅਰਥ ਹੈ ਸਰੀਰਕ ਸੰਬੰਧ। ਉਸ ਨੇ ਉਸ ਨਾਲ ਤਦ ਤੱਕ ਕੋਈ ਸਰੀਰਕ ਸੰਬੰਧ ਨਹੀਂ ਬਣਾਇਆ ਜਦੋਂ ਤੱਕ ਯਿਸੂ ਦਾ ਜਨਮ ਨਹੀਂ ਹੋਇਆ। ਤੁਸੀਂ ਕਹੋਗੇ, ਖੈਰ, ਇਹ ਕਿਉਂ ਮਹੱਤਵਪੂਰਨ ਹੈ? ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਜੇ ਉਹ ਯਿਸੂ ਦੇ ਜਨਮ ਲੈਣ ਤੋਂ ਪਹਿਲਾਂ ਮਰੀਅਮ ਨਾਲ ਸਰੀਰਕ ਸੰਬੰਧ ਬਣਾਉਂਦਾ ਤਾਂ ਹਰੇਕ ਨੇ ਕਹਿਣਾ ਸੀ ਕਿ ਯਿਸੂ ਨੇ ਕੁਆਰੀ ਦੁਆਰਾ ਜਨਮ ਨਹੀਂ ਲਿਆ ਹੈ, ਇਹ ਯੂਸਫ ਦਾ ਬੱਚਾ ਹੈ। ਇਸ ਸਿਧਾਂਤ ਦਾ ਬਚਾਓ ਬੜੀ ਹੀ ਸਾਵਧਾਨੀ ਨਾਲ ਕੀਤਾ ਗਿਆ ਹੈ। ਅਤੇ ਕੀ ਤੁਸੀਂ ਜਾਣਦੇ ਹੋ, ਇਹ ਸਿਧਾਂਤ ਪਰਮੇਸ਼ਰ ਦੇ ਵਚਨ ਵਿੱਚ ਇੰਨਾ ਮਹੱਤਵਪੂਰਨ ਹੈ ਕਿ ਲੇਖਕ ਇਸ ਗੱਲ ਨੂੰ ਯਕੀਨਨ ਬਣਾਉਣ ਲਈ ਕਿ ਹਰ ਵੇਰਵਾ ਸੰਖੇਪ ਹੈ, ਪਵਿੱਤਰ ਸ਼ਾਸਤਰ ਵਿੱਚੋਂ ਬਾਹਰ ਚਲੇ ਜਾਂਦੇ ਹਨ। ਮੈਂ ਤੁਹਾਨੂੰ ਉਹਨਾਂ ਕੁਝ ਕਥਨਾਂ ਦੀ ਉਦਾਹਰਨ ਦੇਣੀ ਚਾਹੁੰਦਾ ਹਾਂ ਜੋ ਮੱਤੀ ਦੀ ਅੰਜੀਲ ਦੇ ਪਹਿਲੇ ਅਧਿਆਇ ਵਿੱਚ ਕਹੇ ਗਏ ਹਨ। ਆਪਣੀਆਂ ਬਾਈਬਲਾਂ ਤੇ ਨਜ਼ਰ ਮਾਰੋ ਅਤੇ ਐਤ 18 ਤੇ ਧਿਆਨ ਦਿਓ। ਇਹ ਕਹਿੰਦੀ ਹੈ, ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਕੋਈ ਸਰੀਰਕ ਸੰਬੰਧ ਬਣਾਇਆ। ਐਤ 18 ਫਿਰ ਕਹਿੰਦੀ ਹੈ, ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਦੂਜੇ ਸ਼ਬਦਾਂ ਵਿੱਚ ਉਹ ਸਧਾਰਨ ਰੂਪ ਵਿੱਚ ਗਰਭਵਤੀ ਨਹੀਂ ਹੋਈ, ਪਰ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਹੁਣ ਔਰਤਾਂ ਗਰਭਵਤੀਆਂ ਨਹੀਂ ਪਾਈ ਜਾਂਦੀਆਂ, ਉਹ ਇੱਕ ਖਾਸ ਵਿਧੀ ਰਾਹੀਂ ਗਰਭਵਤੀ ਹੁੰਦੀਆਂ ਹਨ। ਪਰ ਮਰੀਅਮ ਗਰਭਵਤੀ ਪਾਈ ਗਈ। ਕੀ ਤੁਸੀਂ ਵੇਖ ਰਹੇ ਹੋ ਕਿ ਪਵਿੱਤਰ ਸ਼ਾਸਤਰ ਵਿੱਚ ਸ਼ਬਦ ਕਿੰਨੀ ਸਾਵਧਾਨੀ ਨਾਲ ਲਿਖੇ ਗਏ ਹਨ? ਐਤ 20 ਤੇ ਧਿਆਨ ਦਿਓ, ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ। ਐਤ 23, ਵੇਖੋ ਕੁਆਰੀ ਗਰਭਵਤੀ ਹੋਵੇਗੀ। ਅਤੇ ਐਤ 25, ਅਤੇ ਉਹ ਉਹਨੂੰ ਨਾ ਜਾਣਿਆ ਜਿੰਨਾ ਚਿਰ ਉਹ ਪੁੱਤਰ ਨਾ ਚਣੀ। ਦੋਸਤੋ, ਹੁਣ ਤੁਸੀਂ ਵੇਖੋ ਸਾਡੇ ਲਈ ਕਹਾਣੀ ਦੇ ਇਸ ਹਿੱਸੇ ਵਿੱਚ ਕੁਝ ਪਲਾਂ ਲਈ ਰਹਿਣਾ ਕਿਉਂ ਇੰਨਾ ਮਹੱਤਵਪੂਰਨ ਹੈ। ਇਸ ਲਈ ਹੈ ਕਿ ਅਸੀਂ ਆਪਣੇ ਆਪ ਨੂੰ ਉਸ ਭਾਵੁਕਤਾਵਾਦ ਤੋਂ ਦੂਰ ਕਰ ਸਕੀਏ ਜਿਸ ਨੇ ਕ੍ਰਿਸਮਸ ਦੇ ਜਸ਼ਨ ਤੇ ਪਰਦਾ ਪਾਇਆ ਹੋਇਆ ਹੈ, ਅਤੇ ਇਹ ਸਮਝ ਸਕੀਏ ਕਿ ਸਾਡੇ ਲਈ ਸਿਧਾਂਤਕ ਤੌਰ ਤੇ ਇਹ ਸ਼ੁੱਧ ਅਤੇ ਪਵਿੱਤਰ ਹੋਣ ਦਾ ਸਮਾਂ ਹੈ, ਕਿਉਂਕਿ ਬਾਈਬਲ ਵਿੱਚ ਕ੍ਰਿਸਮਸ ਯਿਸੂ ਮਸੀਹ ਦੀ ਸਲੀਬੀ ਮੌਤ, ਦਫਨਾਉਣ ਅਤੇ ਜੀ ਉੱਠਣ ਤੋਂ ਇਲਾਵਾ ਸਭ ਤੋਂ ਮਹੱਤਵਪੂਰਨ ਸਿਧਾਂਤ ਹੈ। ਕ੍ਰਿਸਮਸ ਮਹੱਤਵਪੂਰਨ ਹੈ ਕਿਉਂਕਿ ਕ੍ਰਿਸਮਸ ਤੋਂ ਬਿਨਾਂ ਈਸਟਰ ਨਹੀਂ ਸੀ ਹੋਣਾ। ਜੇ ਉਹ ਬਾਲਕ ਜਿਸ ਨੇ ਜਨਮ ਲਿਆ ਸੀ, ਜਿਸ ਦਾ ਅਸੀਂ ਕ੍ਰਿਸਮਸ ਤੇ ਜਨਮ ਦਿਨ ਮਨਾਉਂਦੇ ਹਾਂ, ਪਰਮੇਸ਼ਰ ਦਾ ਪੁੱਤਰ ਨਾ ਹੁੰਦਾ ਅਤੇ ਉਹ ਇਸ ਅਲੌਕਿਕ ਢੰਗ ਨਾਲ ਜਨਮ ਨਾ ਲੈਂਦਾ, ਉਸ ਵਿਧੀ ਨਾਲ ਜਿਸ ਦਾ ਅਸੀਂ ਵਰਣਨ ਕੀਤਾ ਹੈ, ਤਾਂ ਕਲਵਰੀ ਅਤੇ ਸਲੀਬ ਮੌਤ ਦਾ ਕੋਈ ਮਤਲਬ ਨਾ ਹੁੰਦਾ। ਕਿਉਂਕਿ ਜੇ ਉਹ ਪਰਮੇਸ਼ਰ ਦਾ ਪੁੱਤਰ ਨਹੀਂ ਹੈ ਅਤੇ ਉਸ ਦਾ ਮਰੀਅਮ ਦੇ ਵਸੀਲੇ ਅਲੌਕਿਕ ਢੰਗ ਨਾਲ ਜਨਮ ਨਹੀਂ ਹੋਇਆ, ਜਾਂ ਉਹ ਕੁਆਰੀ ਦੁਆਰਾ ਨਹੀਂ ਜੰਮਿਆ, ਤਾਂ ਉਹ ਇੱਕ ਆਮ ਇਨਸਾਨ ਤੋਂ ਵੱਧ ਨਹੀਂ ਹੈ, ਸ਼ਾਇਦ ਇੱਕ ਚੰਗੇ ਗੁਰੂ ਤੋਂ ਵੱਧ ਕੇ ਨਹੀਂ ਹੈ। ਅਤੇ ਇਸ ਲਈ ਕਲਵਰੀ ਸਲੀਬ ਤੇ ਉਸ ਦੀ ਮੌਤ ਵਿਅਰਥ ਹੈ ਅਤੇ ਉਸ ਦਾ ਕੋਈ ਅਰਥ ਨਹੀਂ ਹੈ। ਪਰ ਜੇ ਉਹ ਸੱਚਮੁੱਚ ਉਹ ਸੀ ਜੋ ਉਸ ਨੇ ਹੋਣਾ ਸੀ, ਜੇ ਉਹ ਮਸੀਹ ਬਲਕਿ ਸੀ ਜਿਹੜਾ ਸਵਰਗ ਤੋਂ ਹੇਠਾਂ ਆਇਆ ਅਤੇ ਇਸ ਜਗਤ ਵਿੱਚ ਪ੍ਰਵੇਸ਼ ਕਰਨ ਲਈ ਉਸ ਨੇ ਮਰੀਅਮ ਦੀ ਕੁੱਖ ਨੂੰ ਇੱਕ ਅਲੌਕਿਕ ਢੰਗ ਨਾਲ ਜਨਮ ਲੈਣ ਲਈ ਇਸਤੇਮਾਲ ਕੀਤਾ ਅਤੇ ਫਿਰ ਇਸ ਧਰਤੀ ਤੇ ਲਗਭਗ 30 ਸਾਲਾਂ ਤੋਂ ਵੱਧ ਸਮੇਂ ਲਈ ਸੰਪੂਰਨਤਾ ਵਿੱਚ
ਸ਼ੁੱਧਤਾਈ ਵਿੱਚ ਸਾਡੇ ਵਿੱਚ ਚੱਲਦਾ ਫਿਰਦਾ ਰਿਹਾ ਅਤੇ ਅਖੀਰ ਤੁਹਾਡੇ ਅਤੇ ਮੇਰੇ ਪਾਪਾਂ ਲਈ ਸਲੀਬ ਤੇ ਟੰਗਿਆ ਗਿਆ। ਤਾਂ ਸਾਡੇ ਕੋਲ ਸੰਸਾਰ ਵਿੱਚ ਇਸ ਗੱਲ ਤੇ ਵਿਸ਼ਵਾਸ ਕਰਨ ਦਾ ਹਰ ਕਾਰਨ ਹੈ ਕਿ ਉਹ ਸਾਡਾ ਮੁਕਤੀਦਾਤਾ ਹੈ ਅਤੇ ਜਗਤ ਦਾ ਮੁਕਤੀਦਾਤਾ ਹੈ ਅਤੇ ਉਹਨਾਂ ਸਭਨਾਂ ਦਾ ਮੁਕਤੀਦਾਤਾ ਹੈ ਜੋ ਉਸ ਉੱਤੇ ਅੱਜ ਵੀ ਭਰੋਸਾ ਕਰਦੇ ਹਨ। ਪਰ ਜੇ ਤੁਸੀਂ ਕ੍ਰਿਸਮਸ ਨੂੰ ਹੀ ਬਾਹਰ ਕੱਢ ਕੇ ਸੁੱਟ ਦਓਗੇ, ਜੇ ਤੁਸੀਂ ਕੁਆਰੀ ਦੁਆਰਾ ਜਨਮ ਨੂੰ ਹੀ ਬਾਹਰ ਕੱਢ ਕੇ ਸੁੱਟ ਦਓਗੇ, ਜੇ ਤੁਸੀਂ ਇਸ ਵਿਚਾਰ ਨੂੰ ਹਸ਼ੀਏ ਤੇ ਰੱਖ ਦਿਓਗੇ ਕਿ ਯਿਸੂ ਦਾ ਜਨਮ ਇਹੋ ਜਿਹੇ ਤਰੀਕੇ ਨਾਲ ਹੋਇਆ ਜਿਸ ਤਰੀਕੇ ਨਾਲ ਨਾ ਅੱਜ ਤੱਕ ਕੋਈ ਜੰਮਿਆ ਹੈ ਤੇ ਨਾ ਕਦੀ ਜੰਮੇਗਾ, ਤਾਂ ਤੁਹਾਡੇ ਕੋਲ ਸਿਰਫ ਕ੍ਰਿਸਮਸ ਹੀ ਨਹੀਂ ਸਗੋਂ ਤੁਹਾਡੇ ਕੋਲ ਈਸਟਰ ਵੀ ਹੋਵੇਗਾ। ਉਹ ਉਹੀ ਹੈ ਜੋ ਉਸ ਨੇ ਹੋਣ ਦਾ ਦਾਅਵਾ ਕੀਤਾ ਸੀ। ਉਹ ਉਸੇ ਤਰ੍ਹਾਂ ਇਸ ਸੰਸਾਰ ਵਿੱਚ ਆਇਆ ਜਿਵੇਂ ਪਵਿੱਤਰ ਸ਼ਾਸਤਰ ਕਹਿੰਦਾ ਸੀ। ਸਲੀਬ ਤੇ ਦਿੱਤੀ ਉਸ ਦੀ ਕੁਰਬਾਨੀ ਤੁਹਾਡੀ ਅਤੇ ਮੇਰੀ ਮਾਫੀ ਲਈ ਕਾਫੀ ਹੈ। ਨੰਬਰ 5, 2 ਪ੍ਰਸੰਗਤਾਵਾਂ। ਅਸੀਂ ਇਹੋ ਜਿਹੀ ਕਹਾਣੀ ਤੋਂ ਕੀ ਸਿੱਖਿਆ ਲੈਂਦੇ ਹਾਂ? ਮੈਂ ਟਾਈਮਜ਼ ਮੈਗਜ਼ੀਨ ਦੇ ਸਫ਼ਿਆਂ ਤੇ ਛਪੇ ਉਸ ਲੇਖ ਵਿੱਚ ਫਿਰ ਵਾਪਸ ਜਾਵਾਂਗਾ। ਪਾਸਟਰ ਡੈਂਗਟਨ ਨੇ ਜੂਸਫ ਤੇ ਆਪਣੀ ਕਿਤਾਬ ਦਾ ਫੋਰਗੋਟਨ ਮੈਨ ਆਫ ਕ੍ਰਿਸਮਸ ਜੋਜ਼ਫ ਸਟੋਰੀ ਖਤਮ ਕੀਤੀ ਅਤੇ ਇਸ ਕਿਤਾਬ ਤੇ ਇਹ 2 ਪ੍ਰਸੰਗਤਾਵਾਂ ਬਣਾਈਆਂ ਜੋ ਮੈਂ ਉਸ ਤੋਂ ਅੱਜ ਸਾਡੇ ਸਭਨਾਂ ਲਈ ਉਧਾਰ ਲਵਾਂਗਾ। ਉਸ ਨੇ ਕਿਹਾ ਜੂਸਫ ਨੇ ਯਿਸੂ ਦੇ ਸੰਬੰਧ ਵਿੱਚ 2 ਗੱਲਾਂ ਕੀਤੀਆਂ। ਭਾਗ ਊੜਾ, ਉਹ ਉਸ ਨੂੰ ਆਪਣੇ ਘਰ ਵਿੱਚ ਲੈ ਆਇਆ। ਸਭ ਤੋਂ ਪਹਿਲਾਂ ਉਹ ਉਸ ਨੂੰ ਆਪਣੇ ਘਰ ਵਿੱਚ ਲੈ ਆਇਆ। ਉਸ ਨੇ ਯਿਸੂ ਨੂੰ ਇੱਕ ਦੁਨਿਆਵੀ ਪਿਤਾ ਦਿੱਤਾ ਜਿਵੇਂ ਪਰਮੇਸ਼ਰ ਨੇ ਉਸ ਨੂੰ ਕਰਨ ਲਈ ਕਿਹਾ ਸੀ। ਉਹ ਯਿਸੂ ਦਾ ਪਿਤਾ ਨਹੀਂ ਸੀ, ਪਰ ਉਹ ਅਪਣਾਇਆ ਹੋਇਆ ਪਿਤਾ ਸੀ। ਉਸ ਨੇ ਜਦੋਂ ਯਿਸੂ ਛੋਟਾ ਸੀ ਤਾਂ ਉਸ ਦਾ ਪਾਲਣ ਪੋਸ਼ਣ ਕੀਤਾ। ਮੈਂ ਕਲਪਨਾ ਕਰਨਾ ਚਾਹਾਂਗਾ ਕਿ ਇਹ ਸਭ ਕਿਸ ਤਰ੍ਹਾਂ ਦਾ ਸੀ। ਇਸ ਬਾਰੇ ਬਾਈਬਲ ਵਿੱਚ ਕੁਝ ਖਾਸ ਨਹੀਂ ਦਿੱਤਾ ਗਿਆ, ਪਰ ਯੂਸਫ ਇੱਕ ਤਰਖਾਣ ਸੀ। ਮੈਂ ਯੂਸਫ ਨੂੰ ਇਹ ਛੋਟੇ ਬਾਲਕ ਨੂੰ ਤਰਖਾਣ ਦੀ ਦੁਕਾਨ ਤੇ ਵੱਖ-ਵੱਖ ਔਜ਼ਾਰਾਂ ਦੀ ਸਿੱਖਿਆ ਦਿੰਦੇ ਵੇਖ ਸਕਦਾ ਹਾਂ। ਮੈਂ ਉਸ ਨੂੰ ਫਰਸ਼ ਤੇ ਆਪਣੇ ਪਿਤਾ ਨਾਲ ਘੋਲ ਕਰਦਾ ਵੇਖ ਸਕਦਾ ਹਾਂ। ਮੈਂ ਉਸ ਨੂੰ ਆਪਣੇ ਪਿਤਾ ਨਾਲ ਉਹ ਸਭ ਕੁਝ ਕਰਦਿਆਂ ਵੇਖ ਸਕਦਾ ਹਾਂ ਜੋ ਅੱਜ ਕੱਲ੍ਹ ਦੇ ਬੱਚੇ ਆਪਣੇ ਪਿਤਾ ਨਾਲ ਕਰਦੇ ਹਨ। ਯੂਸਫ ਉਸ ਨੂੰ ਆਪਣੇ ਘਰ ਲੈ ਗਿਆ। ਪਿਤਾ ਹੋਣ ਦੇ ਨਾਤੇ ਉਸ ਨੇ ਉਸ ਦਾ ਪਾਲਣ ਪੋਸ਼ਣ ਕੀਤਾ, ਉਸ ਨੂੰ ਆਪਣੇ ਸਾਹਮਣੇ ਵੱਡਾ ਹੁੰਦੇ ਵੇਖਿਆ। ਭਾਗ ਐੜਾ, ਉਹਨੇ ਉਸ ਨੂੰ ਆਪਣੇ ਦਿਲ ਵਿੱਚ ਵਸਾਇਆ। ਫਿਰ ਯੂਸਫ ਨੇ ਹੋਰ ਕੁਝ ਵੀ ਕੀਤਾ। ਉਹਨੇ ਉਸ ਨੂੰ ਆਪਣੇ ਦਿਲ ਵਿੱਚ ਵਸਾਇਆ। ਉਸ ਨੇ ਯਿਸੂ ਨੂੰ ਆਪਣੇ ਦਿਲ ਵਿੱਚ ਵਸਾਇਆ। ਇੱਥੇ ਇੱਕ ਅਨੋਖਾ ਵਿਚਾਰ ਹੈ। ਮਰੀਅਮ ਅਤੇ ਯੂਸਫ ਨੂੰ ਵੀ ਮੁਕਤੀਦਾਤਾ ਦੀ ਓਨੀ ਹੀ ਲੋੜ ਸੀ ਜਿੰਨੀ ਕਿ ਮੈਨੂੰ ਅਤੇ ਤੁਹਾਨੂੰ ਹੈ। ਮਰੀਅਮ ਜਿਸ ਨੇ ਯਿਸੂ ਨੂੰ ਜਨਮ ਦਿੱਤਾ, ਆਖਿਰਕਾਰ ਉਸ ਨੂੰ ਵੀ ਯਿਸੂ ਨੂੰ ਆਪਣੇ ਦਿਲ ਵਿੱਚ ਜਨਮ ਲੈਣ ਦੇਣਾ ਪਿਆ। ਅਤੇ ਯੂਸਫ ਜਿਸ ਨੇ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕੀਤਾ ਸੀ, ਉਸ ਨੂੰ ਵੀ ਪਰਮੇਸ਼ਰ ਦੇ ਪੁੱਤਰ ਨੂੰ ਆਪਣੇ ਦਿਲ ਵਿੱਚ ਆਪਣਾ ਨਿੱਜੀ ਮੁਕਤੀਦਾਤਾ ਕਬੂਲ ਕਰਨਾ ਪਿਆ ਤਾਂ ਕਿ ਉਸ ਨੂੰ ਸਵਰਗ ਜਾਣ ਦੀ ਆਸ ਹੋ ਸਕਦੀ। ਅਤੇ ਜਦੋਂ ਇਸ ਸਾਲ ਅਸੀਂ ਕ੍ਰਿਸਮਸ ਬਾਰੇ ਸੋਚਦੇ ਹਾਂ ਤਾਂ ਅੱਜ ਸਾਡੇ ਸਭਨਾਂ ਲਈ ਮੈਂ ਸੋਚਦਾ ਹਾਂ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਯਿਸੂ ਨੂੰ ਆਪਣੇ ਘਰਾਂ ਵਿੱਚ ਲਿਜਾ ਚੁੱਕੇ ਹਨ। ਅਸੀਂ ਆਪਣੇ ਦਰੱਖਤਾਂ ਨੂੰ ਰੌਸ਼ਨੀਆਂ ਨਾਲ ਸਜਾਉਂਦੇ ਹਾਂ ਅਤੇ ਇੱਕ ਦੂਜੇ ਨੂੰ ਕਾਰਡ ਵੰਡਦੇ ਹਾਂ ਅਤੇ ਅਸੀਂ ਸਾਰੇ ਇੱਕ ਦੂਜੇ ਨੂੰ ਆਖਦੇ ਹਾਂ ਵੱਡਾ ਦਿਨ ਮੁਬਾਰਕ ਹੋਵੇ, ਨਾ ਕਿ ਇਹ ਕਹਿ ਕੇ ਛੁੱਟੀਆਂ ਮੁਬਾਰਕ ਹੋਣ। ਅਸੀਂ ਇਹ ਸਭ ਪ੍ਰਕਾਰ ਦੀਆਂ ਗੱਲਾਂ ਕਰਦੇ ਹਾਂ। ਅਸੀਂ ਯਿਸੂ ਨੂੰ ਆਪਣੇ ਘਰ ਲੈ ਕੇ ਜਾਂਦੇ ਹਾਂ। ਪਰ ਇੱਥੇ ਸਵਾਲ ਇਹ ਹੈ ਕਿ ਤੁਸੀਂ ਉਸ ਨੂੰ ਆਪਣੇ ਦਿਲ ਵਿੱਚ ਲਿਆ ਹੈ? ਤੁਸੀਂ ਵੇਖੋ, ਯਿਸੂ ਨੂੰ ਆਪਣੇ ਘਰਾਂ ਵਿੱਚ ਰੱਖਣਾ ਹੀ ਕਾਫੀ ਨਹੀਂ ਹੈ। ਤੁਹਾਨੂੰ ਯਿਸੂ ਨੂੰ ਆਪਣੇ ਦਿਲ ਵਿੱਚ ਲੈਣ ਦੀ ਜ਼ਰੂਰਤ ਹੈ। ਉਹ ਤੁਹਾਡੇ ਘਰ ਨੂੰ ਸਾਫ਼ ਕਰਨ ਲਈ ਨਹੀਂ ਆਇਆ, ਉਹ ਤੁਹਾਡੇ ਦਿਲ ਨੂੰ ਸਾਫ਼ ਕਰਨ ਲਈ ਆਇਆ ਹੈ। ਉਹ ਤੁਹਾਨੂੰ ਅੰਦਰੋਂ ਲੈ ਕੇ ਬਾਹਰ ਤੱਕ ਬਦਲਣ ਲਈ ਆਇਆ ਹੈ। ਜੇ ਤੁਸੀਂ ਉਸ ਨੂੰ ਜੋ ਕੁਆਰੀ ਦੁਆਰਾ ਜੰਮਿਆ ਸੀ, ਆਪਣਾ ਮੁਕਤੀਦਾਤਾ ਬਣਨ ਲਈ ਆਪਣੇ ਦਿਲ ਵਿੱਚ ਕਦੀ ਸੱਦਾ ਨਹੀਂ ਦਿੱਤਾ ਹੈ, ਤਾਂ ਤੁਹਾਡੇ ਲਈ ਇਹ ਕਿੰਨਾ ਖੁਸ਼ੀ ਦਾ ਪਲ ਹੈ ਕਿ ਤੁਸੀਂ ਉਸ ਨੂੰ ਆਪਣਾ ਮੁਕਤੀਦਾਤਾ ਅਤੇ ਪ੍ਰਭੂ ਕਬੂਲ ਕਰਨ ਲਈ ਆਪਣੇ ਦਿਲ ਵਿੱਚ ਅੱਜ ਹੀ ਆਉਣ ਦਾ ਸੱਦਾ ਦਿਓ। ਆਮੀਨ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਮਰੀਅਮ ਦੀ ਮੰਗਣੀ ਯੂਸਫ ਨਾਲ ਹੋ ਚੁੱਕੀ ਸੀ, ਪਰ ਮਰੀਅਮ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਪਾਈ ਗਈ ਸੀ।
ਜਿਸ ਦੇ ਕਰਕੇ ਯੂਸਫ ਬੜਾ ਹੀ ਪਰੇਸ਼ਾਨ ਦਿਖਾਈ ਦੇ ਰਿਹਾ ਸੀ। ਯੂਸਫ ਇੱਕ ਧਰਮੀ ਮਨੁੱਖ ਸੀ। ਉਹ ਮਰੀਅਮ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਸੀ, ਇਸ ਕਰਕੇ ਉਹ ਉਸ ਨੂੰ ਚੁੱਪਚਾਪ ਤਿਆਗ ਦੇਣ ਦੇ ਬਾਰੇ ਸੋਚ ਰਿਹਾ ਸੀ। ਪਰ ਜਦੋਂ ਯੂਸਫ ਸੌਂ ਗਿਆ ਤਾਂ ਉਹਨੇ ਸੁਪਨੇ ਦੇ ਵਿੱਚ ਸਵਰਗਦੂਤ ਨੂੰ ਦੇਖਿਆ। ਸਵਰਗਦੂਤ ਨੇ ਉਹਨੂੰ ਦਰਸ਼ਨ ਦੇ ਕੇ ਕਿਹਾ ਕਿ ਉਹਦੀ ਮੰਗੇਤਰ ਮਰੀਅਮ ਪੂਰੀ ਤਰ੍ਹਾਂ ਪਵਿੱਤਰ ਹੈ, ਉਹ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਹੈ। ਸਵਰਗਦੂਤ ਨੇ ਉਸ ਨੂੰ ਕਿਹਾ ਕਿ ਉਹ ਮਰੀਅਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰੇ। ਤਦ ਯੂਸਫ ਨੂੰ ਯਕੀਨ ਹੋ ਗਿਆ ਕਿ ਪਰਮੇਸ਼ਵਰ ਮਰੀਅਮ ਤੋਂ ਕੁਝ ਮਹਾਨ ਕੰਮ ਕਰਵਾਉਣ ਜਾ ਰਿਹਾ। ਅਸੀਂ ਜਾਣਿਆ ਕਿ ਇਹ ਬਾਈਬਲ ਬਾਣੀ ਦੀ ਇੱਕ ਭਵਿੱਖਬਾਣੀ ਸੀ ਜੋ ਕਿ ਯਸ਼ਾਇਆ ਨਬੀ ਦੀ ਪੁਸਤਕ ਵਿੱਚ ਲਿਖੀ ਹੋਈ ਸੀ ਅਤੇ ਉਹ ਭਵਿੱਖਬਾਣੀ ਹੁਣ ਪੂਰੀ ਹੋਣ ਵਾਲੀ ਸੀ। ਇਹ ਇੱਕ ਇਤਿਹਾਸਿਕ ਸੱਚਾਈ ਹੈ ਕਿ ਪਰਮੇਸ਼ਵਰ ਨੇ ਮਨੁੱਖੀ ਇਤਿਹਾਸ ਦੇ ਵਿੱਚ ਦਖਲ ਦਿੱਤਾ ਅਤੇ ਯਿਸੂ ਨੇ ਕੁਆਰੀ ਮਰੀਅਮ ਦੇ ਦੁਆਰਾ ਜਨਮ ਲਿਆ। ਯੂਸਫ ਨੂੰ ਨਿਰਦੇਸ਼ ਦਿੱਤਾ ਗਿਆ ਕਿ ਜਿਹੜਾ ਪੁੱਤਰ ਮਰੀਅਮ ਜਣੇਗੀ ਉਹਦਾ ਨਾਮ ਯਿਸੂ ਰੱਖਿਆ ਜਾਏ, ਕਿਉਂਕਿ ਯਿਸੂ ਦੇ ਨਾਮ ਦਾ ਅਰਥ ਹੈ ਮੁਕਤੀ ਦੇਣ ਵਾਲਾ। ਅਸੀਂ ਇਹਨਾਂ ਸਾਰੀਆਂ ਗੱਲਾਂ ਦੇ ਬਾਅਦ ਯੂਸਫ ਦੇ ਫੈਸਲੇ ਦੇ ਬਾਰੇ ਜਾਣਿਆ। ਯੂਸਫ ਨੇ ਵੀ ਪਰਮੇਸ਼ਰ ਦੀ ਯੋਜਨਾ ਦਾ ਸਨਮਾਨ ਕੀਤਾ ਅਤੇ ਉਹ ਮਰੀਅਮ ਨੂੰ ਆਪਣੇ ਘਰ ਲੈ ਆਇਆ। ਅਸੀਂ ਯੂਸਫ ਦੀ ਇਸ ਕਹਾਣੀ ਤੋਂ ਸਿੱਖਿਆ ਕਿ ਯੂਸਫ ਯਿਸੂ ਨੂੰ ਆਪਣੇ ਘਰ ਲਿਆਇਆ ਅਤੇ ਉਸ ਦਾ ਦੁਨਿਆਵੀ ਪਿਤਾ ਬਣਿਆ। ਯੂਸਫ ਨੇ ਯਿਸੂ ਨੂੰ ਆਪਣੇ ਦਿਲ ਵਿੱਚ ਵਸਾਇਆ। ਅਸੀਂ ਜਾਣਿਆ ਕਿ ਮਰੀਅਮ ਅਤੇ ਯੂਸਫ ਨੂੰ ਵੀ ਮੁਕਤੀ ਦਾਤੇ ਦੀ ਲੋੜ ਸੀ। ਯੂਸਫ ਅਤੇ ਮਰੀਅਮ ਨੇ ਵੀ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣੇ ਦਿਲਾਂ ਦੇ ਵਿੱਚ ਮੁਕਤੀ ਦਾਤਾ ਦੇ ਰੂਪ ਵਿੱਚ ਆਣ ਵਸਾਇਆ ਸੀ। ਕੀ ਤੁਸੀਂ ਯਿਸੂ ਜੀ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨਾ ਚਾਹੁੰਦੇ ਹੋ? ਕੀ ਤੁਸੀਂ ਪ੍ਰਭੂ ਯਿਸੂ ਜੀ ਨੂੰ ਆਪਣਾ ਮੁਕਤੀ ਦਾਤਾ ਮੰਨਣਾ ਚਾਹੁੰਦੇ ਹੋ? ਤਾਂ ਤੁਹਾਡੇ ਲਈ ਅੱਜ ਹੀ ਮੁਕਤੀ ਦਾ ਦਿਨ ਹੋ ਸਕਦਾ ਹੈ। ਆਪਣੇ ਪਾਪਾਂ ਤੋਂ ਤੌਬਾ ਕਰੋ, ਪ੍ਰਭੂ ਯਿਸੂ ਜੀ ਦੇ ਕੋਲ ਆਓ ਅਤੇ ਆਪਣੇ ਜੀਵਨ ਦੇ ਵਿੱਚ ਮਸੀਹ ਨੂੰ ਸੱਦਾ ਦਿਓ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਅੱਜ ਤੁਸੀਂ ਪ੍ਰਭੂ ਜੀ ਇੱਕ ਵਾਰ ਫਿਰ ਸਾਡੇ ਉੱਤੇ ਕਿਰਪਾ ਕੀਤੀ। ਅਸੀਂ ਪ੍ਰਭੂ ਤੁਹਾਡੇ ਵਚਨ ਤੋਂ ਯੂਸਫ ਦੇ ਦਿਲ ਵਿੱਚ ਜੋ ਵੀ ਗੱਲਾਂ ਚੱਲ ਰਹੀਆਂ ਸੀ ਉਸ ਦੀ ਕਸ਼ਮਕਸ਼ ਨੂੰ ਤੁਸੀਂ ਸਾਨੂੰ ਸਮਝਾਇਆ। ਤੁਸੀਂ ਮਰੀਅਮ ਦੇ ਜੀਵਨ ਤੋਂ ਸਾਨੂੰ ਸਿੱਖਿਆ ਦਿੱਤੀ। ਤੁਸੀਂ ਪਰਮੇਸ਼ਰ ਦੀ ਯੋਜਨਾ ਨੂੰ ਸਾਨੂੰ ਸਮਝਾਇਆ। ਪਿਤਾ, ਧੰਨਵਾਦ ਕਰਦੇ ਹਾਂ ਕਿ ਉਹ ਮੁਕਤੀ ਦਾਤਾ ਜੋ ਇਸ ਧਰਤੀ ਤੇ ਆਇਆ, ਉਹ ਕਿਸੇ ਇੱਕ ਵਿਅਕਤੀ ਦੀ ਨਹੀਂ, ਪੂਰੇ ਸੰਸਾਰ ਦੀ ਲੋੜ ਹੈ। ਸਾਡੇ ਵਿੱਚੋਂ ਹਰ ਵਿਅਕਤੀ ਪ੍ਰਭੂ ਜੀ ਸੱਚਾਈ ਨੂੰ ਜਾਣ ਲੈ ਕਿ ਯਿਸੂ ਮਸੀਹ ਹੀ ਪ੍ਰਭੂ ਹੈ ਔਰ ਆਪਣਾ ਦਿਲ ਪ੍ਰਭੂ ਯਿਸੂ ਮਸੀਹ ਜੀ ਨੂੰ ਦੇ ਦੇ। ਪ੍ਰਭੂ ਜੀ, ਧੰਨਵਾਦ ਕਰਦੇ ਹਾਂ ਅੱਜ ਦੇ ਇਸ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਦੋਸਤੋ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਦੇ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।